ਗੁੱਡ ਮਾਰਨਿੰਗ ਡੀਅਰ ਸਟੂਡੈਂਟ। ਅੱਜ ਅਸੀਂ ਕਰਨ ਜਾ ਰਹੇ ਹਾਂ ਪਾਠ 12 ਬਾਲਵਰੇ ਦਾ ਹੀਰੋ। ਇਸ ਵਿੱਚ ਇੱਕ ਬੱਚੇ ਦੀ ਕਹਾਣੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਸਾਡੇ ਦੇਸ਼ ਵਿੱਚ ਹਜੇ ਵੀ ਗਰੀਬ ਅਤੇ ਲਾਚਾਰ ਬੱਚੇ ਬੇਸਹਾਰਾ ਹਨ। ਉਹਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਿਹਾ। ਇਹ ਕਹਾਣੀ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਹੈ। ਉਸ ਦੀ ਉਮਰ ਮਤਲਬ ਉਸ ਬੱਚੇ ਦੀ ਉਮਰ 8 ਕੁ ਵਰੇ 8 ਕੁ ਸਾਲ ਦੀ ਹੋਵੇਗੀ। ਪਤਲਾ ਅਤੇ ਨਕਵਾਇਆ ਜਿਹਾ ਉਹ ਰੇਲ ਦੇ ਡੱਬੇ ਵਿੱਚੋਂ ਪਾਲ ਲੇਟਿਆ ਪਿਆ ਸੀ, ਮਤਲਬ ਸਿੱਧਾ ਲੇਟਿਆ ਪਿਆ ਸੀ। ਫਰਸ਼ ਤੇ ਪਿੱਠ ਨੇ ਉਸ ਦੀਆਂ ਲੱਤਾਂ ਆਪ ਮੁਹਾਰੀਆਂ ਦੂਰ ਤੱਕ ਫੈਲੀਆਂ ਹੋਈਆਂ ਸਨ ਤੇ ਇਸੇ ਤਰ੍ਹਾਂ ਬਾਹਾਂ ਵੀ, ਜਿਵੇਂ ਉਹ ਮਰਿਆ ਪਿਆ ਹੋਵੇ। ਕੁਝ ਟੀਚਰਾਂ ਰੇਲ ਦੇ ਇਸ ਡੱਬੇ ਵਿੱਚ ਆ ਗਈਆਂ। ਉਹਨਾਂ ਨੇ ਉਸਨੂੰ ਦੇਖਿਆ। ਉਸ ਦੀ ਹਾਲਤ ਦੇਖ ਕੇ ਉਹ ਇੱਕਦਮ ਘਬਰਾ ਜਿਹੀਆਂ ਗਈਆਂ। ਹੈ ਇਹ ਕੌਣ ਹੈ? ਇਉਂ ਚੁਪਾਲ ਕਿਉਂ ਪਿਆ ਹੈ? ਵਿਚਾਰਾ ਕਿਵੇਂ ਪਿਆ ਹੈ? ਜਿਵੇਂ ਮਰਿਆ ਪਿਆ ਹੋਵੇ। ਦੇਖੋ ਤਾਂ ਜਿਉਂਦਾ ਵੀ ਹੈ, ਪਰ ਉਹ ਸਾਹ ਲੈ ਰਿਹਾ ਸੀ ਅਤੇ ਉਸ ਦੀ ਛਾਤੀ ਹੌਲੀ ਹੌਲੀ ਹੇਠਾਂ ਉੱਤੇ ਹੋ ਰਹੀ ਸੀ। ਸ਼ੁਕਰ ਹੈ, ਸਾਹ ਤਾਂ ਹੈ। ਟੀਚਰਾਂ ਨੂੰ ਚੈਨ ਆਈ। ਉਸ ਦੇ ਪੇਟ ਦੇ ਖੱਬੇ ਵੱਲ ਇੱਕ ਰਬੜ ਜਿਹੀ ਬੰਨੀ ਹੋਈ ਸੀ ਜੋ ਉਫਣੀ ਉਫਣੀ ਦਿਸਦੀ ਸੀ, ਮਤਲਬ ਬਾਹਰ ਨੂੰ ਦਿਸਦੀ ਸੀ, ਜਿਵੇਂ ਉਸ ਦੇ ਪੇਟ ਤੇ ਕੋਈ ਪੱਟੀ ਜਿਹੀ ਬੰਨੀ ਹੋਵੇ। ਰਬੜ ਦੀ ਇਹ ਉਫਣ ਜਿਵੇਂ ਲੁੱਸ ਲੁੱਸ ਕਰ ਰਹੀ ਸੀ। ਭੈਣ ਜੀ, ਇਹ ਸਵੇਰ ਤੋਂ ਐਵੇਂ ਹੀ ਲੇਟਿਆ ਹੋਇਆ ਹੈ। ਇਸ ਡੱਬੇ ਵਿੱਚ ਇਸੇ ਥਾਂ ਇੱਕ ਮੁਸਾਫਿਰ ਬੋਲਿਆ। ਮੈਂ ਸਵੇਰੇ ਇਸੇ ਗੱਡੀ ਹੁਸ਼ਿਆਰਪੁਰ ਨੂੰ ਗਿਆ ਸੀ। ਇਸੇ ਤਰ੍ਹਾਂ ਹੀ ਡੱਬੇ ਵਿੱਚ ਹੁਸ਼ਿਆਰਪੁਰ ਨੂੰ ਚਲਿਆ ਗਿਆ। ਆਪਣਾ ਕੰਮ ਮੁਕਾ ਕੇ ਮੈਂ ਇਹੋ ਗੱਡੀ ਫੜ ਲਈ। ਕੁਦਰਤੀ ਮੈਂ ਇਸੇ ਡੱਬੇ ਵਿੱਚ ਆ ਬੈਠਿਆ। ਡੱਬੇ ਵਿੱਚ ਇਹ ਇਵੇਂ ਹੀ ਚੌਪਾਲ ਲੇਟਿਆ ਹੋਇਆ ਸੀ, ਜਿਵੇਂ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਗਿਆ ਸੀ। ਦੇਖੋ, ਇਹ ਵੀ ਮੁੰਡਾ ਹੈ, ਇੱਕ ਭੈਣ ਜੀ ਆਖਣ ਲੱਗੀ। ਪਰ ਆਖਿਰ ਇਹ ਹੈ ਕੌਣ? ਉਹ ਆਪਸ ਵਿੱਚ ਕਹਿ ਰਹੀਆਂ ਸਨ। ਪੁੱਛੋ ਤਾਂ ਸਹੀ, ਕੌਣ ਹੈ ਇਹ ਤੇ ਇੱਥੇ ਕਿਉਂ ਪਿਆ ਹੈ? ਬਿਮਾਰ ਹੈ ਜਾਂ ਕੋਈ ਗੱਲ ਹੈ? ਇੱਕ ਭੈਣ ਜੀ ਤਰਸ ਖਾ ਕੇ ਉਸਨੂੰ ਪੁੱਛਣਾ ਚਾਹੁਣ ਲੱਗੀ। ਲਗਭਗ ਇੰਨੀ ਕੁ ਉਮਰ ਦਾ ਉਸਦਾ ਪੁੱਤਰ ਸੀ, ਜੋ ਕਲਪਨਾ ਵਿੱਚ ਪਲ ਹੀ ਪਲ ਲਈ ਉਸ ਥਾਂ ਆ ਗਿਆ ਜਿਵੇਂ ਉਹ ਹੀ ਲੇਟਿਆ ਪਿਆ ਹੈ। ਉਸ ਅਧਿਆਪਕ ਨੂੰ, ਉਸ ਟੀਚਰ ਨੂੰ ਕਿਵੇਂ ਲੱਗਿਆ ਕਿ ਜਿਵੇਂ ਉਸਦੀ ਥਾਂ ਤੇ ਉਸਦਾ ਪੁੱਤਰ ਪਿਆ ਹੋਵੇ। ਇੱਕ ਟੀਚਰ ਸੀਟ ਉੱਤੋਂ ਉੱਠ ਕੇ ਉਸਦੇ ਲਾਗੇ ਗਈ। ਉਸਨੇ ਉਸਨੂੰ ਕੁਝ ਹਲੂਣਿਆ, ਮਤਲਬ ਉਸਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਜਾਗਣ ਲਈ ਪ੍ਰੇਰਿਆ। ਉਸਨੇ ਬੜੀ ਹੀ ਬੇਮਾਲੂਮੀ ਹਲਕੀ ਜਿਹੀ ਅੱਖ ਉਗਾੜੀ। ਉਸਨੇ ਥੋੜੀ ਜਿਹੀ ਅੱਖ ਖੋਲੀ। ਉਸ ਬੱਚੇ ਨੇ। ਟੀਚਰਾਂ ਉਸਨੂੰ ਕਹਿਣ ਲੱਗੀਆਂ, ਲੜਕੇ ਤੂੰ ਕੌਣ ਹੈ ਬਈ? ਲੜਕਾ ਕੁਝ ਨਹੀਂ ਬੋਲਿਆ। ਕਿਉਂ ਬਈ, ਤੂੰ ਕੌਣ ਹੈ ਲੜਕੇ? ਕਿੱਥੇ ਦਾ ਰਹਿਣ ਵਾਲਾ ਹੈ? उसने आंख उखाड़ी, आंख खोली ਅਤੇ हौली ਜਿਹੇ जवाब दिता, लखनऊ का रहने वाला हूँ। लखनऊ का? हाँ। क्या नाम है तेरा? परवीन कुमार शर्मा। अच्छा, शर्मा ना है ना? तो बहुत अच्छा है। माँ बाप कहाँ हैं तेरे? माँ बाप? हाँ, माँ बाप नहीं है। क्यों? उनको क्या हुआ? रेल के नीचे कट गए थे। रेल के नीचे कट गए थे। सुनते सार टीचरां नूं जिवें थरथोला जिहा चढ़ गया, मतलब कंबनी जही चढ़ गई। फिर पूछया, और कोई रिश्तेदार नहीं? उसके बाद मैं मेरठ अपने मामा के पास चला गया। फिर मैं वहां से चला गया। क्यों वहां से चला क्यों गया? मामा ने मुझे रखा नहीं, बोला यहाँ से चले जाओ। फिर मैं वहां से चला आया। आजकल कहाँ रहता है? आजकल? इस तो अगे उसने कोई जवाब नहीं दिता। ऐसे ही बस गाड़ियों में? हाँ, बस ऐसे ही। ये सुन टीचरां खामोश जिहियां हो गईयां सन। फिर उसके पेट वाल इशारा करके बोलियां, ये पेट पर क्या बांधा है? जख्म है? जख्म? हाँ। जख्म कैसे हो गया? दिखाओ जरा। उसने ਉਹੀ ਉਫਣੀ ਰਬੜ ਜਿਹੀ ਨੂੰ ਪਾਸੇ ਕੀਤਾ। ਹੇਠਾਂ ਲਾਲ ਰੰਗ ਦਾ ਕਾਪਾ, ਮਤਲਬ ਵੱਡਾ ਸਾਰਾ ਜ਼ਖਮ ਸੀ। ਕਾਪਾ ਖੁੱਲਿਆ ਪਿਆ ਸੀ ਜੋ ਦੇਖਿਆ ਨਹੀਂ ਸੀ ਜਾਂਦਾ। ਜ਼ਖਮ ਵਿੱਚੋਂ ਆਂਦਰਾਂ ਦਾ ਗੁੱਛਾ ਜਿਹਾ ਬਾਹਰ ਹੀ ਦਿਸਦਾ ਸੀ, ਮਤਲਬ ਜ਼ਖਮ ਬਹੁਤ ਜ਼ਿਆਦਾ ਡੂੰਘਾ ਸੀ। ये जख्म कैसे हो गया? मैं दिल्ली था, मेरे पेट में दर्द होने लगा, मैं अस्पताल चला गया। डॉक्टर बोला पेट का ऑपरेशन करना पड़ेगा और ऑपरेशन कर दिया। फिर तुम ऐसे क्यों आ गया? आराम होने से आना था। डॉक्टर बोला पैसे लाओ, नहीं यहाँ से चले जाओ। मेरे पास पैसे नहीं थे और मैं वहाँ से चला आया। टीचर हैरानी नाल एक दूजे वल तक्कन लगियां, कुछ चुप रहियां, फिर बोलियां, तुम्हें भूख भी लगी होगी? हाँ, भूख तो लगी है। ਇੱਕ ਕੋਲ ਅਮਰੂਦ ਸਨ ਤੇ ਇੱਕ ਕੋਲ ਡਬਲ ਰੋਟੀ ਦੇ 2-3 ਸਲਾਈਸ, ਮਤਲਬ ਟੁਕੜੇ ਸਨ। ਉਹ ਥੋੜਾ ਜਿਹਾ ਉੱਠਿਆ ਅਤੇ ਬੈਠਾ ਜਿਹਾ ਹੋ ਗਿਆ। ਉਸਨੇ ਅਮਰੂਦ ਅਤੇ ਸਲਾਈਸ ਉਸਨੂੰ ਖਾਣ ਲਈ ਦਿੱਤੇ।
ਦੁਨੀਆ ਵਿੱਚ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਜਿੱਥੇ ਕੁਝ ਲੋਕਾਂ ਵਿੱਚ ਇਨਸਾਨੀਅਤ ਤੇ ਦੁੱਖ ਦਰਦ ਦੀ ਕਾਫੀ ਮਾਤਰਾ ਹੈ, ਉੱਥੇ ਕੁਝ ਅਜਿਹੇ ਵੀ ਹਨ ਜੋ ਇਹੋ ਜਿਹੀਆਂ ਨਿਆਮਤਾਂ ਤੋਂ ਉੱਕੇ ਕੋਰੇ, ਮਤਲਬ ਜਿਨ੍ਹਾਂ ਨੂੰ ਕਿਸੇ ਨਾਲ ਇਨਸਾਨੀਅਤ ਨਹੀਂ ਹੁੰਦੀ ਜਾਂ ਜਿਨ੍ਹਾਂ ਦੇ ਹਿਰਦੇ ਵਿੱਚ ਕਿਸੇ ਲਈ ਪਿਆਰ ਨਹੀਂ ਹੁੰਦਾ, ਉੱਕਾ ਕੋਰੇ ਹੁੰਦੇ ਹਨ। ਡੱਬੇ ਵਿੱਚ ਇਸ ਕਿਸਮ ਦੇ ਕੁਝ ਕੁ ਲੋਕ ਬੈਠੇ ਸਨ ਜੋ ਉਸ ਗਰੀਬ ਮੁੰਡੇ ਨੂੰ ਤੇ ਟੀਚਰਾਂ ਨੂੰ, ਔਰਤਾਂ ਨੂੰ ਦੇਖ ਕੇ ਲਾਚੜ ਗਏ ਸਨ, ਮਤਲਬ ਚਾਂਬਲ ਕੇ ਬੋਲ ਰਹੇ ਸਨ। ਉਹਨਾਂ ਵਿੱਚੋਂ ਇੱਕ ਬੋਲਿਆ, ਜੂਸ ਪਿਲਾਓ, ਜੂਸ, ਇਹਨੂੰ ਵਧੀਆ ਜਿਹਾ ਐਪਲ ਜੂਸ, ਸੈਂਡਵਿਚਾਂ ਦਿਓ ਇਹਨੂੰ, ਆਂਡਿਆਂ ਦੀਆਂ ਤਹਿਆਂ ਵਾਲੀਆਂ। ਹੀ ਗੰਦਾ ਅਤੇ ਗਲੋਚ ਹਾਸਾ ਚਿੱਕੜ ਵਾਂਗ ਉੱਡਣ ਲੱਗਾ, ਜਿਵੇਂ ਜੂਸ ਜਾਂ ਸੈਂਡਵਿਚਾਂ ਉਸਦਾ ਹੱਕ ਹੀ ਨਹੀਂ ਹੁੰਦਾ, ਮਤਲਬ ਉਹ ਲੋਕ ਉਸਦਾ ਮਜ਼ਾਕ ਉਡਾਉਣ ਲੱਗੇ। ਇਸ ਗਲੀਚ ਹਾਸੇ ਕੋਲੋਂ ਟੀਚਰਾਂ ਨੇ ਆਪਣੇ ਆਪ ਨੂੰ ਬਿਲਕੁਲ ਪਾਕ ਤੇ ਸਾਫ਼ ਰੱਖਿਆ, ਜਿਵੇਂ ਉਹਨਾਂ ਨੂੰ ਕਿਸੇ ਕੁੱਤੇ ਦੀ ਭੌਂਕ ਹੀ ਸੁਣੀ ਹੀ ਨਹੀਂ। ਟੀਚਰਾਂ ਨੇ ਅਗਲੇ ਹੀ ਪਲ ਇਸ ਨਿਵਾਨ ਦੇ ਹਮਲੇ ਜਿਹੇ ਨੂੰ ਅੱਖੋਂ ਪਰੋਖੇ ਕੀਤਾ ਅਤੇ ਉਸ ਮੁੰਡੇ ਨੂੰ ਫਿਰ ਪੁੱਛਿਆ, ਅਬ ਤੂੰ ਕਹਾਂ ਜਾਏਗਾ, ਜਾਣਾ ਕਹਾਂ ਹੈ, ਐਸੇ ਹੀ गाड़ी में ही रहेंगे। ਮੁੰਡਾ ਹੁਣ ਖਾਮੋਸ਼ ਰਿਹਾ। ਉਸਨੇ ਅੱਗੇ ਪੁੱਛ ਕੀਤੀ, खाना कहाँ से खाता है, क्या मांग कर खाता है? नहीं, मैं मांग कर नहीं खाता, तो फिर कैसे खाता है? अपने आप कोई दे दे तो। जैसे आपने दे दिया। ਜਲੰਧਰ ਸ਼ਹਿਰ ਆ ਗਿਆ ਸੀ। ਇੱਥੇ ਗੱਡੀ ਖਤਮ ਸੀ ਅਤੇ ਟੀਚਰਾਂ ਨੇ ਲੈਣਾ ਸੀ, ਮਤਲਬ ਉੱਥੋਂ ਉਤਰਨਾ ਸੀ। ਇਹ ਟੀਚਰਾਂ ਇੱਥੇ ਰੋਜ਼ ਬੋਲੀ ਨੇ ਜਾਂਦੀਆਂ ਸਨ। ਬੋਲੀ ਨੇ ਇੱਕ ਜਗ੍ਹਾ ਦਾ ਨਾਮ ਹੈ। ਬੋਲੀ ਨੇ ਜਾਂਦੀਆਂ ਹੁੰਦੀਆਂ ਸਨ। ਉੱਥੇ ਅੱਗੇ ਨੇੜੇ ਤੇੜੇ ਪਿੰਡਾਂ ਵਿੱਚ ਸਕੂਲ ਸਨ। ਛੁੱਟੀ ਵੇਲੇ ਉਹ ਬੋਲੀ ਨੇ ਅੱਪੜ ਜਾਂਦੀਆਂ। ਅੱਜ ਫਿਰ ਉਹ ਬੋਲਣੇ ਤੋਂ ਇਸ ਗੱਡੀ ਵਿੱਚ ਚੜ੍ਹੀਆਂ ਸਨ। ਕਦੇ ਕਦੇ ਉਹ ਰੇਲ ਦੇ ਥਾਂ ਬੱਸ ਰਾਹੀਂ ਵੀ ਜਾਂਦੀਆਂ, ਜੋ ਵੀ ਜਦ ਵੀ ਠੀਕ ਰਹਿੰਦਾ। ਦੇਵਨੇਤ ਦੀਆਂ ਗੱਲਾਂ ਹਨ, ਮਤਲਬ ਰੱਬ ਦੀ ਕਰਨੀ ਹੈ। ਸ਼ਾਇਦ ਇਸ ਵਿੱਚ ਪਿਛਲੇ ਜਨਮ ਦਾ ਲੈਣਾ ਦੇਣਾ ਵੀ ਸ਼ਾਮਿਲ ਹੋਵੇ। ਸਬੱਬ ਨਾਲ ਇਹ ਟੀਚਰਾਂ ਇਸ ਡੱਬੇ ਵਿੱਚ ਬੈਠ ਗਈਆਂ। ਗੱਡੀ ਵਿੱਚ ਲੱਤਾਂ ਅਤੇ ਬਾਹਾਂ ਨੂੰ ਪਸਾਰੀ ਪਏ ਮੁੰਡੇ ਵੱਲ ਨਜ਼ਰ ਗਈ। ਇਹ ਮੁੰਡਾ ਕਿਵੇਂ ਪਿਆ ਹੈ? ਫਿਰ ਇੱਕ ਨੂੰ ਉਸ ਦੇ ਹਾਣ ਦਾ ਪੁੱਤਰ ਯਾਦ ਆਇਆ। ਇਹ ਤਾਂ ਉਹਦੇ ਪੁੱਤਰ ਵਰਗਾ ਹੈ, ਜੇ ਉਹ ਇਵੇਂ ਹੀ ਲੇਟਿਆ ਹੁੰਦਾ। ਮਤਲਬ ਇੱਕ ਅਧਿਆਪਕਾਂ ਨੂੰ, ਇੱਕ ਟੀਚਰ ਨੂੰ ਇਸ ਤਰ੍ਹਾਂ ਲੱਗਿਆ ਕਿ ਇਸ ਮੁੰਡੇ ਦੀ ਥਾਂ ਤੇ ਉਸਦਾ ਆਪਣਾ ਹੀ ਪੁੱਤਰ ਪਿਆ ਹੋਵੇ। ਗੱਡੀ ਖਾਲੀ ਹੋ ਚੁੱਕੀ ਸੀ, ਪਰ ਇਹ ਟੀਚਰਾਂ ਅਜੇ ਇੱਥੇ ਬੰਨਣ ਜਿਹੇ ਵਿੱਚ ਬੱਝੀਆਂ ਹੋਈਆਂ ਸੋਚ ਵਿਚਾਰ ਕਰ ਰਹੀਆਂ ਸਨ। ਉਸਨੂੰ ਇਵੇਂ ਹੀ ਇੱਥੇ ਛੱਡ ਕੇ ਜਾਣਾ ਉਹਨਾਂ ਨੂੰ ਮੁਸ਼ਕਿਲ ਜਾਪਦਾ। ਕਾਕਾ, ਹੁਣ ਤੂੰ ਕਿੱਥੇ ਜਾਏਗਾ? मैंने जाना कहाँ है जी, तेरा तो जख्म बहुत खराब है। हाँ वो तो है जी। ਐਂ ਕਰ ਕਾਕਾ, ਤੂੰ ਪਿੰਗਲਵਾੜੇ ਚਲਿਆ ਜਾ। ਪਿੰਗਲਵਾੜਾ ਜਿੱਥੇ ਅਪਾਹਜਾਂ ਲਈ ਰਹਿਣ ਦੀ ਥਾਂ ਬਣੀ ਹੁੰਦੀ ਹੈ, ਆਸ਼ਰਮ ਬਣਿਆ ਹੁੰਦਾ ਹੈ ਪਿੰਗਲਵਾੜਾ। ਇੱਥੇ ਪਿੰਗਲਵਾੜਾ ਹੈ, ਨਾਲੇ ਤੈਨੂੰ ਰੋਟੀ ਮਿਲ ਜੂ, ਨਾਲੇ ਤੇਰਾ ਇਲਾਜ ਹੋ ਜੂ। ਠੀਕ ਹੈ? ਠੀਕ ਹੈ ਜੀ, ਚੱਲ ਬਾਹਰ, ਅਸੀਂ ਤੈਨੂੰ ਰਿਕਸ਼ੇ ਤੇ ਭੇਜ ਦੇਣੀ ਆ, ਉੱਥੇ ਤੂੰ ਠੀਕ ਰਹੇਗਾ। ਅਤੇ ਉਹ ਬਾਹਰ ਪਹੁੰਚ ਗਏ। ਉਹਨਾਂ ਦੇ ਬਾਹਰ ਆਉਣ ਨਾਲ ਇੱਕ ਦੋ ਰਿਕਸ਼ਾ ਵਾਲਾ ਉਹਨਾਂ ਦੇ ਇੱਧਰ ਉੱਧਰ ਆ ਖਲੋਏ। ਟੀਚਰਾਂ ਨੇ ਇੱਕ ਜਵਾਨ ਰਿਕਸ਼ੇ ਵਾਲੇ ਨੂੰ ਆਖਿਆ, ਭਾਈ ਇਹ ਮੁੰਡਾ ਹੈ, ਇਹਦੇ ਢਿੱਡ ਵਿੱਚ ਜ਼ਖਮ ਹੈ, ਬੇਚਾਰਾ ਬਹੁਤ ਗਰੀਬ ਹੈ, ਇਹਦਾ ਕੋਈ ਨਹੀਂ ਹੈ, ਪਿੰਗਲਵਾੜੇ ਛੱਡਣਾ ਹੈ, ਪੁੰਨ ਦਾ ਕੰਮ ਹੀ ਸਮਝ। ਪੁੰਨ ਪੰਨ ਛੱਡੋ ਭੈਣ ਜੀ, ਮੈਂ ਤਾਂ ਪੈਸੇ ਲਊਂਗਾ, ਪੁੰਨ ਨਹੀਂ ਹੁੰਦਾ ਮੇਤੋਂ। ਅਸੀਂ ਤੈਨੂੰ ਮੁਫਤ ਤਾਂ ਲਿਜਾਣ ਲਈ ਨਹੀਂ ਆਖਦੀਆਂ, ਪੈਸੇ ਤਾਂ ਦਿਆਂਗੀਆਂ। ਪੁੰਨ ਦੀ ਗੱਲ ਤੈਨੂੰ ਅਸੀਂ ਇਸ ਲਈ ਕਹਿੰਦੀਆਂ ਹਾਂ ਬਈ ਤੂੰ ਪਹੁੰਚਾ ਦੇਵੇ, ਕਿਉਂਕਿ ਇਹ ਨਿਆਣਾ ਹੈ। ਤਰਸ ਵਾਲਿਓ ਗੱਲ ਹੈ, ਜਿਵੇਂ ਪਹੁੰਚਾ ਜ਼ਰੂਰ ਦਿਆਂਗਾ ਮੈਂ, ਇਹ ਨਾ ਤੁਸੀਂ ਫਿਕਰ ਕਰਿਓ। ਕਿੰਨੇ ਪੈਸੇ ਲਏਗਾ? ਆਮ ਤਾਂ ਅਸੀਂ 3 ਰੁਪਏ ਲੈਂਦੇ ਆ, ਇੱਥੇ ਬੀਬੀ ਜੀ ਤੁਸੀਂ ਘੱਟ ਦੇ ਦਿਓ। ਭਾਈ ਇਹ ਤਾਂ ਦੁਖੀਆ ਹੈ, ਭਾਰ ਵੀ ਇਸਦਾ ਕੀ ਹੈ, ਨਾਲੇ ਭਾਰ ਵਾਲੀ ਗੱਲ ਨਹੀਂ ਬੀਬੀ ਜੀ, ਜਾਣਾ ਤਾਂ ਓਨੀਓ ਦੂਰ ਹੈ। ਭਾਈ 2 ਰੁਪਏ ਲੈ, ਚਲੋ 2.5 ਦੇ ਦਿਓ। ਭਾਈ ਇਹ ਤਾਂ ਅਸੀਂ ਦੇਣੇ ਨੇ, 2 ਤਾਂ ਘੱਟ ਨੇ ਬੀਬੀ ਜੀ। ਭਾਈ ਕੁਝ ਥੋੜਾ ਬਹੁਤਾ ਤੂੰ ਵੀ ਆਪਣਾ ਪੁੰਨ ਸਮਝ, ਚਲੋ 2.25 ਦੇ ਦਿਓ। ਟੀਚਰਾਂ ਤਿੰਨ ਜਣੀਆਂ ਸਨ, ਕਿਸੇ ਘੱਟ ਕਿਸੇ ਵੱਧ। ਉਹਨਾਂ 2.25 ਰੁਪਏ ਰਿਕਸ਼ੇ ਵਾਲੇ ਨੂੰ ਦੇ ਦਿੱਤੇ। ਭਾਈ ਇਹਨੂੰ ਪਹੁੰਚਾ ਦੇਵੀਂ, ਦੇਖੀ ਕਿਤੇ ਰਸਤੇ ਵਿੱਚ ਹੀ ਇਹਨੂੰ ਨਾ ਉਤਾਰ ਦੇਈ। ਸਾਡੇ ਕੋਲ ਇੰਨੇ ਹੀ ਪੈਸੇ ਸਨ, ਨਹੀਂ ਤਾਂ ਹੋਰ ਦੇ ਦਿੰਦੀਆਂ। ਨਹੀਂ ਬੀਬੀ ਜੀ ਫਿਕਰ ਨਾ ਕਰੋ, ਰਸਤੇ ਵਿੱਚ ਨਹੀਂ ਲਾਉਂਦਾ ਮੈਂ, ਐਨ ਸਿਰੇ ਪਹੁੰਚਾਊਂਗਾ। ਉਸਨੇ ਰਿਕਸ਼ਾ ਤੋਰਿਆ। ਅਗਲੇ ਦਿਨ ਟੀਚਰਾਂ ਨੇ ਉਸ ਮੁੰਡੇ ਬਾਰੇ ਪਤਾ ਕੀਤਾ। ਪਤਾ ਲੱਗਾ ਮੁੰਡਾ ਪਿੰਗਲਵਾੜੇ ਪਹੁੰਚਿਆ ਹੀ ਨਹੀਂ ਸੀ। ਕਿੱਥੇ ਸੀ ਕਿਸੇ ਨੂੰ
ਕੁਝ ਪਤਾ ਨਹੀਂ ਸੀ। ਇਸ ਤਰ੍ਹਾਂ ਇਸ ਕਹਾਣੀ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਬੇਸਹਾਰਾ, ਲਾਚਾਰ ਅਤੇ ਗਰੀਬਾਂ ਦੀ ਮਦਦ ਕਰਨੀ ਚਾਹੀਦੀ। ਧੰਨਵਾਦ।